हेलो स्टूडेंट्स। ਹੁਣ ਆਪਾਂ ਡਰਾਈਵ ਕਰਨ ਜਾ ਰਹੇ ਹਾਂ ਐਕਸਪ੍ਰੈਸ਼ਨ ਫॉर द ਲੈਂਥ ਆਫ ਬੈਲਟ। ਇਹਦੇ ਵਿੱਚ ਲੈਂਥ ਜਿਹੜੀ ਹੈ ਬੈਲਟ ਦੀ ਉਹ ਕੈਲਕੂਲੇਟ ਕਰਨ ਦਾ ਜਿਹੜਾ ਐਕਸਪ੍ਰੈਸ਼ਨ ਹੈਗਾ ਹੈ ਉਹ ਆਪਾਂ ਡਰਾਈਵ ਕਰਨ ਜਾ ਰਹੇ ਹਾਂ ਕਿ ਆਪਾਂ ਇੱਕ ਜਿੱਦਾਂ ਇਹ ਤੁਹਾਨੂੰ ਦੋ ਪੁਲੀਸ ਦਿਖ ਰਹੀਆਂ, ਇੱਕ ਡਰਾਈਵਰ ਆ, ਦੂਸਰਾ ਡਰਿਵਨ ਪੁਲੀ ਆ। ਉਹਦੇ ਉੱਤੇ ਬੈਲਟ ਜਿਹੜੀ ਆ ਬਾਉਂਡ ਹੋਈ ਹੋਈ ਆ। ਇਸ ਬੈਲਟ ਦੀ ਕਿੰਨੀ ਲੈਂਥ ਸਾਨੂੰ ਚਾਹੀਦੀ ਆ ਜਾਂ ਫਿਰ ਕਿੰਨੀ ਇੰਨੇ ਸੈਂਟਰ ਡਿਸਟੈਂਸ ਵਾਸਤੇ ਕਿੰਨੀ ਜਿਹੜੀ ਲੈਂਥ ਸਾਨੂੰ ਜ਼ਰੂਰੀ ਆ ਉਹ ਕਿੱਦਾਂ ਕੈਲਕੂਲੇਟ ਕਰਾਂਗੇ। ਇਹ ਜਿਹੜਾ ਐਕਸਪ੍ਰੈਸ਼ਨ ਹੈ ਇਹਦੇ ਵਿੱਚ ਹੋਊਗਾ। ਇਹ ਜਿਹੜੀ ਟਾਈਪ ਹੈਗੀ ਹੈ ਬੈਲਟ, ਜਿਹੜੀ ਤੁਹਾਨੂੰ ਅਰੇਂਜਮੈਂਟ ਦਿਖ ਰਿਹਾ ਦੈਟ ਇਜ਼ ਓਪਨ ਬੈਲਟ ਡਰਾਈਵ। ਓਪਨ ਬੈਲਟ ਡਰਾਈਵ ਸੀਗੀ ਜਿਹਦੇ ਵਿੱਚ ਦੋ ਪੁਲੀਸ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਹੁੰਦੀਆਂ ਵਿਦ ਬੈਲਟ, ਔਰ ਬੈਲਟ ਸਿੰਪਲ ਓਪਨ ਟਾਈਪ ਹੁੰਦੀ ਹੈ। ਜਿਹੜਾ ਇਹ ਰਿਲੇਸ਼ਨ ਜਦੋਂ ਕ੍ਰੋਸ ਬੈਲਟ ਹੋਵੇ ਤੇ ਉਹਦੇ ਵਿੱਚ ਕੀ ਹੋ ਜਾਂਦਾ ਹੈ, ਦੋ ਪੁਲੀਸ ਹੈ, ਇੱਕ ਬੈਲਟ ਇੱਧਰ ਨੂੰ ਇੱਕ ਇੱਦਾਂ, ਇਹ ਕ੍ਰੋਸ ਦੇ ਵਿੱਚ ਬਣ ਜਾਂਦੀ ਹੈ। ਇਹਦੇ ਵਿੱਚ ਰੋਟੇਸ਼ਨ ਜਿਹੜੇ ਆ ਉਹ ਜਿਹੜੇ ਅਪੋਜ਼ਿਟ ਹੋ ਜਾਂਦੇ ਆ। ਹੁਣ ਇੱਕ ਓਪਨ ਬੈਲਟ ਡਰਾਈਵ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਜਿਹੜੀਆਂ ਟਾਈਪਸ ਕਰਾਈਆਂ ਸੀਗੀਆਂ ਬੈਲਟ ਡਰਾਈਵ ਦੀਆਂ, ਉਹਦੇ ਵਿੱਚ ਇਹ ਕੰਸੀਡਰ ਕਰਦੇ ਸੀਗੇ ਆਪਾਂ ਓਪਨ ਬੈਲਟ ਕਿਹੜੀ ਹੁੰਦੀ ਹੈ, ਕ੍ਰੋਸ ਬੈਲਟ ਕਿਹੜੀ ਹੁੰਦੀ ਹੈ, ਵਿਦ ਆਈਡਲਰ ਪੁਲੀ ਹੈ, ਕੰਪਾਊਂਡ ਬੈਲਟ ਡਰਾਈਵ ਹੈਗੀ ਹੈ। ਹੁਣ ਇਹਦੇ ਵਿੱਚ ਲੈਂਥ ਜਿਹੜੀ ਹੈ ਓਪਨ ਬੈਲਟ ਟਾਈਪ ਹੈ, ਓਪਨ ਬੈਲਟ ਡਰਾਈਵ ਹੈ, ਓਪਨ ਬੈਲਟ ਡਰਾਈਵ ਸਿਸਟਮ ਹੈ ਜਿਹਦੇ ਵਿੱਚ ਆਪਾਂ ਲੈਂਥ ਕੈਲਕੂਲੇਟ ਕਰਾਂਗੇ ਕਿੱਦਾਂ। ਉਹਦੇ ਵਿੱਚ ਸਾਨੂੰ ਕੁਝ ਚੀਜ਼ਾਂ ਪਹਿਲੇ ਅਜ਼ਿਊਮ ਕਰਨੀਆਂ ਪੈਣਗੀਆਂ। ਲੈਟ R1 and R2 are the radius of larger and smaller pulley। ਹੁਣ ਲਾਰਜਰ ਪੁਲੀ ਦਾ ਰੇਡੀਅਸ ਜਿਹੜਾ ਹੈ ਦੈਟ ਇਜ਼, ਜੇ ਆਪਾਂ ਕੰਸੀਡਰ ਕਰ ਲਿਆ ਲਾਈਨ ਮਾਰ ਕੇ ਕਿ ਇੱਥੋਂ ਲੈ ਕੇ ਇੱਥੋਂ ਤੱਕ ਰੇਡੀਅਸ ਹੀ ਹੋਊਗਾ ਹਾਫ ਪੁਲੀ ਤੇ ਜਿਹੜੀ ਲਈ ਆ। R1 ਆਪਾਂ ਕੰਸੀਡਰ ਕਰ ਲਿਆ ਇਹਨੂੰ, ਔਰ R2 ਇੱਥੋਂ ਆਪਾਂ ਇਹਨੂੰ ਇੱਥੇ ਕੰਸੀਡਰ ਕਰ ਲੈਂਦੇ ਹਾਂ R2। ਉਸ ਤੋਂ ਬਾਅਦ ਨੈਕਸਟ ਪੁਆਇੰਟ ਜਿਹੜਾ ਹੈ ਸੈਂਟਰ ਡਿਸਟੈਂਸ ਬਿਟਵੀਨ ਟੂ ਸ਼ਾਫਟ। X is equal to center distance between two shafts। center distance between two shafts, center distance ਜਿਹੜਾ ਹੈ ਉਹੀ ਇੱਕ ਸੈਂਟਰ ਤੋਂ, ਇੱਕ ਪੁਲੀ ਦੇ ਸੈਂਟਰ ਤੋਂ ਦੂਸਰੀ ਪੁਲੀ ਦੇ ਸੈਂਟਰ ਤੱਕ ਦਾ ਜਿਹੜਾ ਡਿਸਟੈਂਸ ਆ ਇਹ ਵੀ ਆਪਾਂ ਇੱਥੇ ਨੀਚੇ ਸਿੰਬਲਾਈਜ਼ ਕਰਾਂਗੇ। ਇਹ ਹੈਗਾ x ਡਿਸਟੈਂਸ। ਹੁਣ ਆਪਾਂ ਜਿਹੜੇ ਪੁਲੀਸ ਹੈਗੀਆਂ ਉਹਨਾਂ ਦੇ ਵਿੱਚ ਇੱਕ ਨਾ ਇਹ ਲਾਈਨ ਮਾਰੀ ਹੋਈ ਹੈ। ਇਹ ਜਿਹੜੀ ਹੈ ਪੁਲੀ ਜਿਹੜੀ ਬੈਲਟ ਹੈਗੀ ਆ, ਇਸ ਬੈਲਟ ਦੇ ਪੈਰਲਰ ਇੱਕ ਲਾਈਨ ਮਾਰੀ ਸੀਗੀ ਇੱਥੋਂ, ਉਹ ਜਾ ਕੇ ਮੀਟ ਕੀਤੀ ਹੈ ਇਸ ਪੁਆਇੰਟ ਦੇ ਉੱਤੇ, ਜਿਹੜਾ ਸੈਂਟਰ ਪੁਆਇੰਟ ਹੈ। ਇਹਨੂੰ ਪੁਆਇੰਟ ਨੂੰ ਦੇ ਦਿੱਤਾ ਸੀ ਆਪਾਂ ਨਾਮ M ਪੁਆਇੰਟ। ਜਿਹੜਾ ਸੈਂਟਰ ਸੀਗੇ O1, ਇਹ ਸੈਂਟਰ ਨੂੰ ਦੇ ਦਿੱਤਾ ਸੀਗਾ ਆਪਾਂ O2 ਨੇਮ। ਉਸ ਤੋਂ ਬਾਅਦ ਆਪਾਂ ਹੋਰ ਵੀ ਕਈ ਜਗ੍ਹਾ ਤੋਂ ਸਿੰਬਲਾਈਜ਼ ਕੀਤਾ ਬੈਲਟ ਨੂੰ, ਜਿੱਦਾਂ ਕਿ ਇਸ ਪੁਆਇੰਟ ਦੇ ਉੱਤੇ ਜਿੱਥੇ ਬੈਲਟ ਆ ਕੇ ਕੰਟੈਕਟ ਦੇ ਵਿੱਚ ਆਈ ਹੈ ਪੁਲੀ ਦੇ, ਇਹ ਪੁਆਇੰਟ ਸੀਗਾ G, ਔਰ ਇੱਥੋਂ ਇੱਕ ਲਾਈਨ ਡਰਾ ਕੀਤੀ, ਇੱਕ ਐਂਗਲ ਬਣਦਾ ਹੈ G ਦੇ ਨਾਲ। ਮਤਲਬ ਇਹ ਇਸ ਪੁਆਇੰਟ ਤੇ ਨਹੀਂ ਆ ਕੇ ਬੈਲਟ ਕੰਟੈਕਟ 'ਚ ਆਉਂਦੀ ਹੈ, ਪਹਿਲੇ ਹੀ ਕੰਟੈਕਟ 'ਚ ਆ ਗਈ ਹੁੰਦੀ ਹੈ G ਪੁਆਇੰਟ ਤੋਂ, ਔਰ ਇਹ ਐਂਗਲ ਜਿਹੜਾ ਹੁੰਦਾ ਇਹਨੂੰ ਅਲਫਾ ਕਹਿੰਦੇ ਆ। ਉਸ ਤੋਂ ਬਾਅਦ ਅੱਗੇ ਨੈਕਸਟ ਇੱਥੋਂ ਜਦੋਂ ਰਿਮੂਵ ਹੋਣੀ ਹੈ ਬੈਲਟ, ਲੀਵ ਕਰਨਾ ਹੈ ਜਦੋਂ ਉਹਨੇ, ਉਹ ਵੀ ਥੋੜਾ ਅਗਲੇ ਪੁਆਇੰਟ ਤੇ ਲੀਵ ਕਰਨਾ ਹੈ। ਸਡਨ ਇਸ ਸੈਂਟਰ ਪੁਆਇੰਟ ਤੋਂ ਲੀਵ ਨਹੀਂ ਕਰਨਾ, E ਪੁਆਇੰਟ ਤੋਂ ਲੀਵ ਕਰਨਾ ਹੈ। ਔਰ ਜਿਹੜਾ ਇਹ ਪੁਆਇੰਟ ਹੈਗਾ ਇਹਨੂੰ J ਪੁਆਇੰਟ ਮੰਨਦੇ ਹਾਂ ਆਪਾਂ, ਸਿੰਬੋਲਾਈਜ਼ ਕਰ ਰਹੇ ਹਾਂ ਆਪਾਂ ਆਪਣੇ ਆਪ ਤੋਂ। ਕੋਈ ਵੀ ਪੁਆਇੰਟ ਤੁਸੀਂ ਲੈ ਸਕਦੇ ਹੋ, ABCD ਵੀ ਲੈ ਸਕਦੇ ਹੋ, 1 2 3 4 ਵੀ ਲੈ ਸਕਦੇ ਹੋ। ਉਸ ਤੋਂ ਬਾਅਦ E ਤੋਂ ਬਾਅਦ ਇਸ ਪੁਆਇੰਟ ਤੇ, ਇਹ ਜਿਹੜਾ ਇਸ ਪੁਆਇੰਟ ਤੇ ਨਹੀਂ ਆ ਕੇ ਕੰਟੈਕਟ ਦੇ ਵਿੱਚ ਆਈ ਪੁਲੀ, ਇਹ ਇਸ ਪੁਆਇੰਟ ਤੇ ਆਈ ਜਾ ਕੇ, ਇਹਨੂੰ ਪੁਆਇੰਟ ਮੰਨਾਂਗੇ F। ਐਕਚੁਅਲ ਦੇ ਵਿੱਚ ਇਦਾਂ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਇਹ ਸੈਂਟਰ ਪੁਆਇੰਟ ਸੀਗਾ ਇਹਨੂੰ K ਮੰਨਾਂਗੇ, K। और ਜਿਹੜਾ ਇਹ ਸੈਂਟਰ ਪੁਆਇੰਟ ਫਿਰ ਉਹ ਜਲਦੀ ਰਿਮੂਵ ਹੋ ਗਈ, ਇਹ ਤੋਂ ਅੱਗੇ ਨਹੀਂ ਗਈ, एफ के। उस तो बाद इनू मान लवांगे पॉइंट एच,
ਵਿਜ਼ੀਬਲ ਹੈ ਬਈ। ਹਾਂਜੀ, ਨੈਕਸਟ ਹੁਣ ਇਹ ਵੀ ਐਂਗਲ ਅਲਫਾ, ਇੱਥੇ ਵੀ ਇਹ ਜਿਹੜੇ ਪੁਆਇੰਟ ਹੈਗੇ ਆ ਦੈਟ ਇਜ਼ ਅਲਫਾ ਐਂਗਲ, ਸਿਰਫ ਇਹ ਸੈਂਟਰ ਲਾਈਨ ਤੋਂ ਅਲਫਾ ਐਂਗਲ ਬਣਾਉਂਦਾ ਹੈ। ਔਰ ਜਿਹੜਾ ਇਹ ਐਂਗਲ ਆ ਦੈਟ ਇਜ਼ ਆਲਸੋ ਅਲਫਾ ਐਂਗਲ, ਇੱਥੇ ਮੀਟ ਕਰਦਾ ਆ ਕੇ ਇਹ 90 ਡਿਗਰੀ ਬਣ ਜਾਂਦਾ ਇਹਦੇ ਨਾਲ ਜਦੋਂ ਮਿਲਦਾ ਹੈ, 90 ਡਿਗਰੀ ਦਾ ਕੰਟੈਕਟ ਬਣਾਉਂਦਾ ਹੈ। ਹੁਣ ਉਸ ਤੋਂ ਬਾਅਦ ਨੈਕਸਟ ਜਿਹੜਾ ਆਪਾਂ ਲੈਂਥ ਜਿਹੜੀ ਕੈਲਕੂਲੇਟ ਕਰਨੀ ਉਹ ਕਿਵੇਂ ਕਰਾਂਗੇ। ਸਭ ਤੋਂ ਪਹਿਲੇ ਆਪਾਂ ਇੱਕ ਟ੍ਰਾਇੰਗਲ ਕੰਸੀਡਰ ਕਰਦੇ ਹਾਂ, ਟ੍ਰਾਇੰਗਲ O1 O2 M, ਕਿਉਂਕਿ ਆਪਾਂ ਨੂੰ ਨਾ ਅਲਫਾ ਚਾਹੀਦਾ ਕਿ ਅਲਫਾ ਹੈ ਕਿੰਨਾ ਹੈ, ਵੈਲਿਊ ਕਿੱਦਾਂ ਲਵਾਂਗੇ ਅਲਫਾ ਦੀ। O1 O2 M ਜਿਹੜਾ ਇਹ ਇਕੁਅਲ ਟੂ ਹੈਗਾ ਆ, ਟ੍ਰਾਇੰਗਲ ਜਿਹੜਾ ਆ ਉਹ ਇਕੁਅਲ ਟੂ ਬਣਦਾ ਹੈ ਕਿਹਦੇ, ਇਕੁਅਲ ਟੂ ਬਣਦਾ ਹੈ ਅਲਫਾ ਐਂਗਲ ਦੇ ਇਕੁਅਲ। ਟ੍ਰਾਇੰਗਲ O2 M ਜਿਹੜਾ ਉਹ ਅਲਫਾ ਐਂਗਲ ਬਣਾਉਂਦਾ ਹੈ, ਅਲਫਾ ਰੇਡੀਅਨ। ਹੁਣ ਇਹਦੇ ਵਿੱਚ ਕੀ ਹੈ ਕਿ ਜਿਓਮੈਟਰੀ ਦੇ ਵਿੱਚ ਆਪਾਂ ਅਲਫਾ ਐਂਗਲ ਜਿਹੜਾ ਆ, ਜਦੋਂ ਅਲਫਾ ਐਂਗਲ ਜਿਹੜਾ ਹੈ ਬਹੁਤ ਸਮਾਲ ਹੈਗਾ, ਅਲਫਾ ਨੂੰ ਆਪਾਂ ਇਸ ਕਰਕੇ ਮੰਨ ਲੈਂਦੇ ਆ ਸਾਈਨ ਅਲਫਾ। ਜਦੋਂ ਐਂਗਲ ਸਮਾਲ ਹੋਵੇ ਤੇ ਉਹਨੂੰ ਆਪਾਂ ਮੰਨ ਲੈਂਦੇ ਆ ਸਾਈਨ ਅਲਫਾ, ਅਲਫਾ ਇਕੁਅਲ ਟੂ ਸਾਈਨ ਅਲਫਾ। ਔਰ ਸਾਈਨ ਅਲਫਾ ਨੂੰ ਆਪਾਂ ਇੱਥੇ ਜੇ ਕੰਸੀਡਰ ਕਰੀਏ ਪੰਡਿਤ ਅਦਵੀਤ ਪ੍ਰਸਾਦ, ਇਹ ਕੁਝ ਚੀਜ਼ਾਂ ਆਪਾਂ ਅਜ਼ਿਊਮ ਕਰਦੇ ਹਾਂ ਟ੍ਰਿਗਨੋਮੈਟਰੀ ਦੀ। ਇਹ ਟ੍ਰਿਗਨੋਮੈਟਰੀ ਦਾ ਰੂਲ ਆ, ਜਿੱਥੇ ਇਕੱਲਾ ਐਂਗਲ ਅਲਫਾ ਆ ਜਾਵੇ, ਕਹੀਏ ਕਿ ਐਂਗਲ ਇਜ਼ ਸਮਾਲ, ਸਾਨੂੰ ਪਤਾ ਹੈ ਇੱਥੇ ਸਮਾਲ ਐਂਗਲ ਆ, ਇਸ ਕਰਕੇ ਉਹਨੂੰ ਅਲਫਾ ਨੂੰ ਇਕੁਅਲ ਟੂ ਮੰਨ ਲੈਂਦੇ ਆ ਸਾਈਨ ਅਲਫਾ। ਕਿਉਂਕਿ ਸਾਨੂੰ ਇਹ ਟਰਮੀਨੋਲੋਜੀ ਚਾਹੀਦੀ ਹੁੰਦੀ ਹੈ ਕਿ ਪਰਪੈਂਡੀਕੂਲਰ ਅਪੋਨ ਹਾਈਪੋਟੇਨਿਊਜ਼ ਲੈਣਾ ਹੈ, ਬੇਸ ਅਪੋਨ ਹਾਈਪੋਟੇਨਿਊਜ਼ ਲੈਣਾ ਹੈ, ਉਹਦੇ ਅਕੋਰਡਿੰਗ ਆਪਾਂ ਇਹਨੂੰ ਕੰਸੀਡਰ ਕਰ ਲੈਂਦੇ ਹਾਂ ਸਾਈਨ ਅਲਫਾ। ਸਾਈਨ ਅਲਫਾ ਜਦੋਂ ਕੰਸੀਡਰ ਕੀਤਾ ਤੇ ਇਹਦੇ ਵਿੱਚ P ਅਪੋਨ H ਬਣ ਗਿਆ, ਕਿਉਂਕਿ ਸਾਈਨ ਕੋਸ ਟੈਨ ਇਹਦਾ ਬਣਦਾ, P ਅਪੋਨ H ਬਣਿਆ। ਤੇ ਹੁਣ ਇਹ ਟ੍ਰਾਇੰਗਲ ਜਿਹੜੀ ਆਪਾਂ ਕੰਸੀਡਰ ਕੀਤੀ ਹੋਈ ਹੈ ਇੰਨੀ, ਇਹਦੇ ਵਿੱਚ ਸਭ ਤੋਂ ਪਹਿਲੇ ਇਹ 90 ਡਿਗਰੀ ਜਿਹੜੀ ਇਹ ਚੀਜ਼ ਬਣੀ ਹੋਈ ਹੈ O1 ਤੇ M, O1 M ਜਿਹੜਾ ਹੈ ਇਹ ਪਰਪੈਂਡੀਕੂਲਰ ਬਣਿਆ ਕਿਉਂਕਿ ਇੱਥੇ 90 ਡਿਗਰੀ ਹੈ ਪਰਪੈਂਡੀਕੂਲਰ, ਇਹ ਬਣ ਗਿਆ 90 ਡਿਗਰੀ। ਇਹ ਇਸ ਚੀਜ਼ ਨਾਲ ਮਿਲ ਰਿਹਾ ਆ ਕੇ, ਇਹ 90 ਡਿਗਰੀ ਬਣਾ ਰਿਹਾ ਇੱਥੇ, ਤੇ ਇਹ ਪਰਪੈਂਡੀਕੂਲਰ ਬਣ ਗਿਆ। ਤੇ ਇਹ ਜਿਹੜੀ ਚੀਜ਼ ਹੈਗੀ ਹੈ 90 ਡਿਗਰੀ ਤੋਂ ਸਾਹਮਣੇ ਵਾਲੀ, ਇਹ ਕੀ ਬਣ ਜਾਂਦੀ ਹੈ ਹਾਈਪੋਟੇਨਿਊਜ਼। ਹਾਈਪੋਟੇਨਿਊਜ਼ ਤੋਂ ਸਾਹਮਣੇ 90 ਪਰਪੈਂਡੀਕੂਲਰ ਹੁੰਦਾ, ਇਹ ਤੇ ਆਪਾਂ ਨੂੰ ਪਤਾ ਹੀ ਹੈ। ਜਦੋਂ ਵੀ ਕੋਈ ਡਾਇਗਰਾਮ ਬਣਦੀ ਹੈ, ਟ੍ਰਾਇੰਗਲ ਬਣਦੀ ਹੈ ਜਿੱਦਾਂ ਦੀ 90 ਡਿਗਰੀ ਹੈ, 90 ਡਿਗਰੀ ਤੋਂ ਸਾਹਮਣੇ ਕੀ ਬਣਦਾ ਹੈ ਹਾਈਪੋਟੇਨਿਊਜ਼। ਪਰਪੈਂਡੀਕੂਲਰ ਤੋਂ ਸਾਹਮਣੇ ਕੀ ਹੁੰਦਾ ਹਾਈਪੋਟੇਨਿਊਜ਼, ਤੇ ਉੱਪਰ ਕੀ ਹੈ ਬੇਸ ਆ ਗਿਆ। ਹੁਣ ਇਹਦੇ ਵਿੱਚ ਆਪਾਂ P ਅਪੋਨ H ਕਰਾਂਗੇ, P ਅਪੋਨ H ਪਰਪੈਂਡੀਕੂਲਰ ਅਪੋਨ ਹਾਈਪੋਟੇਨਿਊਜ਼। ਪਰਪੈਂਡੀਕੂਲਰ ਇਹਦੇ ਵਿੱਚ ਹੈਗਾ ਸਾਡੇ ਕੋਲ ਇਸ ਟਾਈਮ ਤੇ O1 M ਡਿਵਾਈਡ ਕਿਹਦੇ ਨਾਲ ਹੋ ਰਿਹਾ, O1 M ਡਿਵਾਈਡ ਕਿਹਦੇ ਨਾਲ ਹੋ ਰਿਹਾ O1 O2 ਜਿਹੜਾ O1 O2 ਜਿਹੜਾ H ਆ, H ਹਾਈਪੋਟੇਨਿਊਜ਼ O1 O2। ਹੁਣ ਆਪਾਂ O1 M ਨੂੰ ਥੋੜਾ ਸਿੰਪਲੀਫਾਈ ਕਰਾਂਗੇ, ਦੇਖਣਾ ਇੰਟਰਸਟਿੰਗ ਹੈਗਾ ਹੈ ਕਿੱਦਾਂ ਸਿੰਪਲੀਫਾਈ ਕਰ ਰਹੇ ਹਾਂ ਆਪਾਂ। O1 O2 ਨੂੰ ਜਦੋਂ O1 M ਨੂੰ ਜਦੋਂ ਸਿੰਪਲੀਫਾਈ ਕਰਨਾ, O1 M ਸਿਰਫ ਇੱਥੋਂ ਤੱਕ ਆ, ਇਸ ਪੁਆਇੰਟ ਤੱਕ, ਇਸ ਪੁਆਇੰਟ ਤੱਕ ਜਿਹੜਾ ਮੀਟ ਕਰ ਰਿਹਾ ਜਿੱਥੇ। O1 M ਜੇ ਆਪਾਂ ਇੱਥੇ ਲਿਖ ਲਈਏ O1 ਤੋਂ ਲੈ ਕੇ E ਤੱਕ ਚਲੇ ਜਾਂਦੇ ਆ, O1 ਤੋਂ ਲੈ ਕੇ E ਤੱਕ ਮਾਈਨਸ ਕਰ ਦਿਓ ਉਹਦੇ ਵਿੱਚੋਂ E ਤੋਂ M, ਤੇ ਵੈਲਿਊ ਤੇ ਉਹੀ ਰਹਿ ਗਈ ਸਾਡੇ ਕੋਲ O1 M ਮਤਲਬ ਸਾਡੇ ਕੋਲ ਇਹ ਸੀਗਾ ਨਾ, ਮੈਂ ਇੱਧਰ ਵੀ ਦਿਖਾ ਦਿੰਦਾ ਦੁਬਾਰਾ ਤੋਂ, ਸਾਡੇ ਕੋਲ ਵੈਲਿਊ ਸੀਗੀ O1 M ਇਸ ਪੁਆਇੰਟ ਤੇ ਸੀਗਾ, ਤੇ ਇੱਥੇ ਸੀਗਾ E। ਹੁਣ ਜਦੋਂ ਆਪਾਂ ਇੱਥੇ
O1M ਲਿਖ ਰਹੇ ਹਾਂ। O1M ਦੀ ਜਗ੍ਹਾ ਤੇ ਆਪਾਂ ਇੱਥੇ O1E ਮਾਈਨਸ EM ਵੀ ਲਿਖ ਸਕਦੇ ਹਾਂ। ਬਸ ਇੰਨੀ ਕੁ ਗੱਲ ਸਮਝਣ ਵਾਲੀ ਹੈ, ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਸੋਲੂਸ਼ਨ ਨਿਕਲ ਜਾਂਦਾ ਹੈ ਇੰਨੀ ਕੁ ਗੱਲ ਦੇ ਨਾਲ। ਹੁਣ ਦੇਖੋ ਸਟੂਡੈਂਟਸ, O1E ਜਿਹੜਾ ਹੈਗਾ ਆ, O1E ਦੇਖੋ ਕੀ ਹੈ, O1 ਤੋਂ ਲੈ ਕੇ E ਤੱਕ ਜਿਹੜਾ ਹੈ ਦੈਟ ਇਜ਼ ਰੇਡੀਅਸ R1। O1 ਤੋਂ ਲੈ ਕੇ E ਤੱਕ ਦੈਟ ਇਜ਼ ਰੇਡੀਅਸ R1। ਤੇ ਦੂਸਰੇ ਪਾਸੇ EM ਜਿਹੜਾ ਆ, ਤੁਸੀਂ ਇੱਥੇ ਦੇਖੋ E ਤੋਂ M ਤੋਂ E ਜਿਹੜਾ E ਤੋਂ ਲੈ ਕੇ M ਤੱਕ ਆ ਰਿਹਾ ਨਾ, ਇਹ ਦੋਨੋਂ ਲਾਈਨ ਪੈਰਲਰ ਹੈਗੀਆਂ ਆਪਸ ਦੇ ਵਿੱਚ, ਦੋਨੋਂ ਲਾਈਨ ਪੈਰਲਰ ਆ, ਔਰ ਆ ਕੇ ਮੀਟ ਕਰ ਰਹੀਆਂ ਇੱਥੇ FO2 ਤੇ ਤੇ EM ਇਕੁਅਲ ਟੂ FO2 ਆ, ਔਰ FO2 ਐਕਚੁਅਲ ਦੇ ਵਿੱਚ R2 ਆ, ਰੇਡੀਅਸ ਆਫ ਜਿਹੜਾ ਫੋਲਰ ਔਰ ਡਰਿਵਨ ਪੁਲੀ। ਇੱਥੇ ਆਪਣਾ ਆ ਜਾਊਗਾ ਕੁਐਸਚਨ ਦੇ ਵਿੱਚ, ਐਕਸਪ੍ਰੈਸ਼ਨ ਦੇ ਵਿੱਚ R1 ਮਾਈਨਸ R2। O1 O2 ਦੀ ਜਗ੍ਹਾ ਤੇ ਕੀ ਸੀਗਾ, ਸਿੰਪਲੀ ਆ ਜਿਹੜੀ ਤੁਹਾਨੂੰ ਮੈਂ ਦਿਖਾਇਆ ਸੀਗਾ X। O1 ਸੈਂਟਰ ਪੁਆਇੰਟ ਆ ਤੇ ਦੂਸਰਾ O2 ਸੈਂਟਰ ਪੁਆਇੰਟ ਆ, ਤੇ ਬਣ ਗਿਆ X, that is X। ਇੱਥੋਂ ਤੱਕ ਅਗਰ ਪਤਾ ਲੱਗ ਗਿਆ ਹੋਵੇ ਤੇ ਹੁਣ ਅਲਫਾ ਜਿਹੜਾ ਆ ਗਿਆ ਤੁਹਾਡੇ ਕੋਲ, ਵੈਲਿਊ ਜਿਹੜੀ ਆਈ ਹੈ that is R1 ਮਾਈਨਸ R2 ਡਿਵਾਈਡਡ X। ਇਹ ਆ ਗਈ ਇਕੁਏਸ਼ਨ, ਬਣ ਗਈ ਜੀ ਪਹਿਲੀ। ਇਹਨੂੰ ਬਲੌਕ ਦੇ ਵਿੱਚ ਰੱਖ ਲੈਣਾ ਤੁਸੀਂ, ਇਹ ਆਪਾਂ ਅੱਗੇ ਯੂਜ਼ ਕਰਨੀ ਹੈ ਲੈਂਥ ਆਫ ਬੈਲਟ ਦੇ ਵਿੱਚ। ਹੁਣ ਆਪਾਂ ਲੈਂਥ ਆਫ ਬੈਲਟ ਦੀ ਗੱਲ ਕਰੀਏ ਕਿ ਲੈਂਥ ਕੀ ਹੁੰਦੀ ਹੈ, ਲੈਂਥ ਕਿੱਦਾਂ ਕੈਲਕੂਲੇਟ ਕਰਾਂਗੇ ਆਪਾਂ। ਲੈਂਥ ਆਫ ਬੈਲਟ, ਲੈਂਥ ਆਫ ਬੈਲਟ ਕਿੱਦਾਂ ਕੰਸੀਡਰ ਕਰਾਂਗੇ। ਲੈਂਥ ਆਫ ਬੈਲਟ ਕੰਸੀਡਰ ਕਰਨ ਲੱਗਿਆ ਸਭ ਤੋਂ ਪਹਿਲੇ ਆਪਾਂ ਕਿਸੇ ਜਗ੍ਹਾ ਤੋਂ ਸਟਾਰਟ ਹੋਣਾ ਪੈਣਾ, ਸਾਨੂੰ ਕਿਸੇ ਪੁਆਇੰਟ ਤੋਂ ਸਟਾਰਟ ਹੋਣਾ ਪੈਣਾ। ਜਿੱਦਾਂ ਆਪਾਂ ਇਸ ਪੁਆਇੰਟ ਤੋਂ ਸਟਾਰਟ ਹੋ ਜੰਨੇ ਆ, ਇਸ ਪੁਆਇੰਟ ਤੋਂ ਸਟਾਰਟ ਹੋ ਕੇ ਸਾਰੀ ਇੱਥੋਂ ਜਿਹੜੇ ਪੁਆਇੰਟ ਆਉਂਦੇ ਆ ਪਲੱਸ ਕਰਦੇ ਜਾਈਏ, ਔਰ ਇੱਥੋਂ ਦੀ ਇਸ ਜਗ੍ਹਾ ਤੋਂ ਹੁੰਦੇ ਹੋਏ ਸਾਰੇ ਪੁਆਇੰਟਾਂ ਨੂੰ ਪਲੱਸ ਕਰਦੇ ਹੋਏ ਦੁਬਾਰਾ ਇੱਥੇ ਪਹੁੰਚੀਏ ਤੇ ਉਹ ਪਲੱਸ ਕੀਤਾ ਹੋਇਆ ਸਾਡੀ ਲੈਂਥ ਆਫ ਬੈਲਟ ਆ ਜੂਗੀ। ਜਿੱਦਾਂ ਕਿ ਹੁਣ ਮੈਂ ਕਰਨ ਲੱਗਿਆ, ਇਹਦੇ ਵਿੱਚ ਆ ਗਿਆ, ਪਹਿਲੇ ਆਊਗੀ ਆਰਕ ਆ, ਕਿਉਂਕਿ ਇਹ G ਤੋਂ ਲੈ ਕੇ ਆ ਪੁਲੀ ਦੇ ਨਾਲ ਜਿਹੜੀ ਕੰਟੈਕਟ ਬਣਿਆ ਬੈਲਟ ਦਾ E ਤੱਕ, that is arc G J E। ਦਿਖ ਰਿਹਾ ਤੁਹਾਨੂੰ, arc G J E, ਦੇਖੋ G J E। ਉਸ ਤੋਂ ਬਾਅਦ ਪਲੱਸ ਕਰਾਂਗੇ ਜਿਹੜੀ ਇਹ ਲੈਂਥ ਹੈਗੀ ਹੈ E ਤੋਂ ਲੈ ਕੇ F ਤੱਕ, E F। ਉਸ ਤੋਂ ਬਾਅਦ ਪਲੱਸ ਨੈਕਸਟ ਆਰਕ ਦੁਬਾਰਾ ਆ ਗਈ F K H, ਆਰਕ ਆ ਗਈ F K H, FKH ਆਰਕ ਆ ਗਈ। ਹੁਣ ਨੈਕਸਟ ਦੁਬਾਰਾ ਤੋਂ ਅਗਲੀ H ਤੋਂ ਲੈ ਕੇ G ਤੱਕ, ਫਿਰ ਦੁਬਾਰਾ ਤੋਂ ਲਾਈਨ ਹੈਗੀ ਆ, ਸਿੱਧੀ ਲਾਈਨ ਬੈਲਟ ਜਿਹੜੀ ਇਨ ਲਾਈਨ ਹੈਗੀ ਆ H G। ਹੁਣ ਇਹ ਜੇ ਆਪਾਂ ਇਹਨੂੰ ਸਾਰੀ ਨੂੰ ਪਲੱਸ ਕਰ ਦਈਏ, G ਤੱਕ ਪਹੁੰਚ ਗਏ ਸੀ, ਆਰਕ G ਤੋਂ ਚੱਲੇ ਸੀਗੇ, G ਤੱਕ ਪਹੁੰਚ ਗਏ, ਇਹਨੂੰ ਪਲੱਸ ਕਰ ਦਈਏ ਤੇ ਸਾਡੇ ਕੋਲ ਕੀ ਆ ਜਾਂਦੀ, ਲੈਂਥ ਆਫ ਬੈਲਟ। ਪਰ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਕਰਾਂਗੇ ਹੁਣ, ਇਹਨੂੰ ਹੋਰ ਸਿੰਪਲੀਫਾਈ ਕਰਨ ਦੇ ਲਈ ਆਪਾਂ ਮੰਨ ਲਓ ਕਿ ਆਹ ਜਿਹੜੀ ਆ ਸੈਂਟਰ ਲਾਈਨ ਆ, ਸੈਂਟਰ ਲਾਈਨ ਤੋਂ ਇੱਕ ਸਾਈਡ ਨੂੰ ਆਪਾਂ ਕੈਲਕੂਲੇਟ ਕਰ ਲਈਏ, ਜਿੱਦਾਂ JEFK ਤੱਕ, ਤੇ ਉਹਨੂੰ 2 ਦੇ ਨਾਲ ਮਲਟੀਪਲਾਈ ਕਰ ਦਈਏ ਤੇ ਸਾਡਾ ਆਨਸਰ ਜਿਹੜਾ ਉਹ ਇਕੁਅਲ ਆਊਗਾ 2 ਦੇ ਨਾਲ ਮਲਟੀ, ਕਿਉਂਕਿ ਸੇਮ ਆ ਸਿਮੈਟ੍ਰੀਕਲ ਜਿਹੜਾ ਪੋਰਸ਼ਨ ਹੈਗਾ, ਸਿਮੈਟਰੀ ਇੱਧਰ ਵੀ ਸੇਮ ਆ, ਇਹਦੇ ਨਾਲ ਸੇਮ ਹੈਗੀ ਆ, ਇਹਦੇ ਨਾਲ ਸਿਮੈਟਰੀ ਮੈਚ ਕਰਦੀ ਆ। ਇਹਨੂੰ ਕੈਲਕੂਲੇਟ ਕਰ ਲਈਏ ਸੈਂਟਰ ਲਾਈਨ ਤੋਂ ਉੱਪਰ ਵਾਲੇ ਨੂੰ, ਤੇ ਇਹ 2 ਦੇ ਨਾਲ ਮਲਟੀਪਲਾਈ ਕਰਦੇ ਆ, ਸਾਡੇ ਕੋਲ ਇਹ ਪੋਰਸ਼ਨ ਪੂਰੇ ਦੇ ਪੂਰੀ ਲੈਂਥ ਜਿਹੜੀ ਸਾਡੇ ਕੋਲ ਕੈਲਕੂਲੇਟ ਹੋ ਜੂਗੀ। ਇਸ ਕਰਕੇ ਆਪਾਂ ਹੁਣ ਇਹਨੂੰ ਹੋਰ ਸਿੰਪਲੀਫਾਈ ਕਰਨ ਲੱਗੇ ਹਾਂ। ਮਲਟੀਪਲਾਈ 2 ਦੇ ਨਾਲ ਕਰਨਾ ਸੀਗਾ, ਇਸ ਕਰਕੇ ਪਹਿਲੇ ਲਿਖ ਲੈਂਦੇ ਆ,
ਅੱਗੇ ਨੈਕਸਟ 2 ਆਰਕ ਛੋਟੀ ਹੋ ਗਈ ਹੁਣ, ਆਰਕ ਜੇ ਈ ਪਲੱਸ ਈ ਐਫ ਪਲੱਸ ਆਰਕ ਫਿਰ ਆ ਗਈ, ਆਰਕ ਕੀ ਆ ਗਈ ਐਫ ਕੇ। ਦੇਖੋ ਸਿਰਫ ਇੰਨਾ ਕੰਸੀਡਰ ਕਰਦੇ ਹੈਗੇ ਆਪਾਂ, ਇੰਨਾ ਇਸ ਪੋਰਸ਼ਨ ਨੂੰ, ਇਸ ਪੋਰਸ਼ਨ ਨੂੰ, ਇਸ ਪੋਰਸ਼ਨ ਨੂੰ, ਇੱਥੋਂ ਤੱਕ। ਬਾਕੀ ਸਾਨੂੰ ਆਪਾਂ 2 ਦੇ ਨਾਲ ਮਲਟੀਪਲਾਈ ਕਰ ਦਈਏ ਇੰਨੇ ਪੋਰਸ਼ਨ ਨੂੰ, ਸਾਡਾ ਆਨਸਰ ਜਿਹੜਾ ਉਹ ਇਕੁਅਲ ਆਊਗਾ, ਮਤਲਬ ਸਹੀ ਹੋਊਗਾ ਆਨਸਰ। ਹੁਣ ਉਸ ਤੋਂ ਬਾਅਦ ਦੇਖੋ ਤੁਸੀਂ ਆਪਾਂ ਆਰਕ ਕੈਲਕੂਲੇਟ ਕਰਨੀ ਹੈ, ਆਰਕ ਜੇ ਈ। ਸਭ ਤੋਂ ਪਹਿਲਾ ਕੁਐਸਚਨ, ਆਰਕ ਜੇ ਈ ਕਿਵੇਂ ਕੈਲਕੂਲੇਟ ਕਰਾਂਗੇ। ਮੈਂ ਇਹਨੂੰ ਹੋਰ ਸਿੰਪਲੀਫਾਈ ਕਰ ਲੈਣਾ, ਆਰਕ ਨੂੰ, ਇਸ ਡਾਇਗਰਾਮ ਨੂੰ, ਲਾਰਜਰ ਪੁਲੀ ਨੂੰ ਜਿਹੜਾ ਅੱਗੇ ਲੈਣਾ ਦੁਬਾਰਾ ਐਕਸਪਲੇਨ ਕਰਨ ਦੇ ਲਈ। ਜਦੋਂ ਵੀ ਆਪਾਂ ਕਿਤੇ ਆਰਕ ਕੱਢਣੀ ਹੋਵੇ ਤੇ ਉੱਥੇ ਕੀ ਹੁੰਦਾ ਹੈ, ਰੇਡੀਅਸ ਪਤਾ ਹੋਣਾ ਚਾਹੀਦਾ ਔਰ ਕਿੰਨਾ ਐਂਗਲ ਆ। ਆਰਕ ਕੱਢਣੀ ਹੋਵੇ ਤੇ ਆਰ ਇਨਟੂ ਥੀਟਾ, ਮਤਲਬ ਜਿੱਦਾਂ ਮੰਨ ਲਓ ਇੱਥੇ ਆਰਕ ਕੱਢਣੀ ਹੈ, ਆ ਰੇਡੀਅਸ ਸੀਗਾ ਤੇ ਇਹ ਇੰਨੀ ਕੁ ਆਰਕ ਸੀਗੀ ਤੇ ਇਹ ਸੈਂਟਰ ਪੁਆਇੰਟ ਦੇ ਨਾਲ ਮਿਲਦੀ ਹੈ, ਤੇ ਥੀਟਾ ਤੇ ਇਹ ਇੰਨੀ ਲੈਂਥ ਕੱਢਣੀ ਹੈ ਹੁਣ ਇਸ ਆਰਕ ਦੀ, ਕਿਉਂਕਿ ਲੈਂਥ ਥੋੜੀ ਕਰਵੇਚਰ ਦੇ ਵਿੱਚ ਹੈਗੀ ਹੈ, ਇਸ ਕਰਕੇ ਰੋਟੇਸ਼ਨ ਰੈਵੋਲੂਸ਼ਨ ਜਿਹੜੀ ਹੋ ਰਹੀ ਹੈ ਉਹਦੀ, ਉਹ ਲੈਂਥ ਸਿੱਧੀ ਆਪਾਂ ਨਹੀਂ ਲਿਖ ਸਕਦੇ, ਇਸ ਕਰਕੇ ਸਾਨੂੰ ਇਹ ਮੈਥਡ ਦੇ ਨਾਲ ਕੱਢਣੀ ਪੈਂਦੀ ਹੈ, ਆਰ ਇਨਟੂ ਥੀਟਾ, ਤੇ ਆ ਜਾਂਦੀ ਹੈ ਸਾਡੀ ਲੈਂਥ ਆਫ ਆਰਕ। ਇਸ ਆਰਕ ਦੀ ਲੈਂਥ ਕਿੰਨੀ ਹੈ। ਹੁਣ ਇੱਥੇ ਜਿਹੜੀ ਵੈਲਿਊ ਹੈਗੀ ਆ ਆਰਕ ਜੇਈ ਦੀ, ਆਰਕ ਜੇਈ ਦੇ ਵਿੱਚ ਦੇਖੋ ਕੀ ਹੋਇਆ ਕਿ ਇਹ ਸੈਂਟਰ ਲਾਈਨ ਕ੍ਰੋਸ ਕਰ ਰਹੀ ਹੈ ਇੱਥੋਂ, ਪਰ ਇੱਥੋਂ ਅਲਫਾ ਅੱਗੇ ਜਾ ਕੇ ਹੈ, ਅਲਫਾ ਅੱਗੇ ਜਾ ਕੇ, ਔਰ ਇੱਥੋਂ ਸਟਾਰਟ ਹੋਏ ਆ ਆਪਾਂ ਇਸ ਜਗ੍ਹਾ ਤੋਂ ਸਟਾਰਟ ਹੋਏ ਆ, ਆਰਕ ਜੇ ਤੋਂ ਲੈ ਕੇ ਈ ਪੁਆਇੰਟ ਤੱਕ ਜਾਣਾ ਹੈ ਆਪਾਂ, ਜੇ ਤੋਂ ਲੈ ਕੇ ਈ ਪੁਆਇੰਟ ਤੱਕ ਜਾਣਾ ਹੈ। ਹੁਣ ਕੀ ਕਰਾਂਗੇ ਆਪਾਂ, ਸਾਨੂੰ ਇੰਨਾ ਤੇ ਪਤਾ ਹੈ ਕਿ ਇਹ ਕੀ ਹੋਊਗਾ, ਇਹ ਤੇ ਸਾਨੂੰ ਪਤਾ ਹੈ ਕਿ ਇਹ 90 ਡਿਗਰੀ ਹੁੰਦਾ ਹੈ। ਇੱਥੋਂ ਆਪਾਂ 1/4 ਪਾਰਟ ਲਈਏ ਇੱਕ ਸਰਕਲ ਦਾ ਤੇ ਉਹ 90 ਡਿਗਰੀ ਰਹਿੰਦਾ ਹੈ, 90 90 90 90। ਠੀਕ ਹੈ ਜੀ। ਹੁਣ ਇਸ ਸਰਕਲ ਦੇ ਵਿੱਚ ਕਿਉਂਕਿ 180 180 360 ਸਰਕਲ 360 ਬਣਾਉਂਦਾ ਹੈ, ਤੇ ਇੰਨਾ ਕੁ ਪੋਰਸ਼ਨ ਜਿਹੜਾ ਉਹ 90 ਹੋਊਗਾ। 90 ਨੂੰ ਆਪਾਂ ਇੱਥੇ ਕੰਸੀਡਰ ਕਰਾਂਗੇ ਇਕੁਅਲ ਟੂ π/2। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਪਾਈ 180 ਆ, 180 ਨੂੰ ਜਦੋਂ 2 ਦੇ ਨਾਲ ਡਿਵਾਈਡ ਕਰਦੇ ਹਾਂ ਇਕੁਅਲ ਟੂ 90 ਹੈ। ਚਾਹੇ 90 ਲਿਖ ਲਓ ਚਾਹੇ π/2 ਲਿਖ ਲਓ, ਮੈਂ ਐਕਸਪ੍ਰੈਸ਼ਨ ਨੂੰ ਸੌਖਾ ਕਰਨ ਲਈ ਇੱਥੇ π/2 ਯੂਜ਼ ਕਰੂੰਗਾ। ਹੁਣ ਆਰਕ ਜੇਈ ਕੈਲਕੂਲੇਟ ਕਰਨੀ ਸੀਗੀ, ਉਹਦੇ ਵਿੱਚ ਆਪਾਂ ਕੀ ਕਰਾਂਗੇ, ਆਰਕ ਜੇਈ ਦੇ ਵਿੱਚ ਪਹਿਲੇ ਤੇ R1 ਰੇਡੀਅਸ, ਮੈਂ ਤੁਹਾਨੂੰ ਦੱਸਿਆ ਸੀਗਾ ਜਿੱਦਾਂ ਇੱਥੇ ਲੈਂਥ ਕੱਢਣੀ ਹੈ, ਲੈਂਥ ਆਫ ਆਰਕ R1 ਇੰਟੂ π/2 ਪਲੱਸ ਆ ਜਿਹੜਾ ਅੱਗੇ ਇਨਕਰੀਜ਼ ਕੀਤਾ ਅਲਫਾ, ਤੇ ਸਾਡੇ ਕੋਲ ਕੀ ਹੋ ਗਿਆ, ਜਿਹੜੀ ਇਹ ਆਰਕ ਦੀ ਜਿਹੜੀ ਲੈਂਥ ਹੈ ਇਦਾਂ ਕੈਲਕੂਲੇਟ ਹੋ ਜਾਊਗੀ, R1 π/2 ਪਲੱਸ ਅਲਫਾ, ਇੰਨਾ ਕਰਨ ਦੇਣਾ। ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਉਹ ਦੈਟ ਇਜ਼ ਆਰਕ, ਅਗਲੀ ਕੋਈ ਆਰਕ ਜਿਹੜੀ ਹੈਗੀ ਹੈ, ਆਰਕ ਦੀ ਗੱਲ ਕਰੂੰਗਾ ਪਹਿਲੇ ਮੈਂ, ਆਰਕ ਐਫ ਕੇ ਕੈਲਕੂਲੇਟ ਕਰਨੀ ਹੈ। ਆਰਕ ਐਫ ਕੇ ਕੈਲਕੂਲੇਟ ਕਰਨ ਦੇ ਲਈ ਸਾਨੂੰ ਕੀ ਚਾਹੀਦਾ, ਫਿਰ ਦੁਬਾਰਾ ਤੋਂ ਉਹੀ ਡਾਇਗਰਾਮ ਮੈਂ ਇਦਾਂ ਦੀ ਬਣਾਉਂਗਾ ਜਿਹੜੀ ਸਮਾਲਰ ਪੁਲੀ ਦੀ ਹੈ। ਇਹਦੇ ਵਿੱਚ ਦੇਖੋ ਕਿ ਸੈਂਟਰ ਲਾਈਨ ਤੋਂ ਜਿੱਥੇ ਬੈਲਟ ਨੇ ਕੰਟੈਕਟ ਦੇ ਵਿੱਚ ਆਣਾ ਉੱਥੋਂ ਦੀ ਗੱਲ ਹੋਣੀ ਹੈ ਸਿਰਫ, ਇੱਥੇ ਬੈਲਟ ਕੰਟੈਕਟ ਦੇ ਵਿੱਚ ਆਈ ਸੀਗੀ ਇਸ ਪੁਆਇੰਟ ਤੇ। ਠੀਕ ਹੈ, ਸਾਨੂੰ ਇਹ ਪਤਾ ਹੈ ਇਹ ਜਿਹੜਾ ਪੁਆਇੰਟ ਹੈਗਾ ਹੈ ਇੱਥੇ ਟੋਟਲ 90 ਆ, ਔਰ ਇੱਥੇ ਫਿਰ ਅਲਫਾ ਆਇਆ, ਟੋਟਲ 90 ਸੀਗਾ, ਅਲਫਾ ਆਇਆ। ਹੁਣ ਆਰਕ ਦੀ ਜਿਹੜੀ ਗੱਲ ਕਰ ਰਹੇ ਹਾਂ ਆਪਾਂ, ਸਿਰਫ ਇੰਨੀ ਦੀ ਗੱਲ ਕਰ ਰਹੇ ਹਾਂ, ਆਰਕ ਐਫ ਇਹ ਪੁਆਇੰਟ ਸੀਗਾ, ਕੇ ਇਹ ਵਾਲਾ ਪੁਆਇੰਟ ਸੀਗਾ, ਆਰਕ ਐਫ ਕੇ। ਜਿਹੜੀ ਇਹ ਡਾਇਗਰਾਮ ਹੈਗੀ ਹੈ ਇਹਨੂੰ ਮੈਂ ਮੋਡੀਫਾਈ ਕਰਕੇ ਦੱਸ ਰਿਹਾ ਤੁਹਾਨੂੰ, ਇਹਨੂੰ ਦੁਬਾਰਾ ਇੱਥੇ ਬਣਾ ਕੇ ਦੱਸ ਰਿਹਾ
ਕਿ ਉਹਦੇ ਵਿੱਚ ਕੀ ਆ, ਕਨਫਿਊਜ਼ ਨਾ ਹੋਵੋ ਤੁਸੀਂ। ਤੇ FK ਉਹ ਡਾਇਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਜਿਹੜੀ ਤੁਸੀਂ ਬਣਾਈ ਹੋਈ ਹੈ, FK ਉੱਪਰ ਜਿਹੜੀ ਬਣੀ ਹੋਈ ਸੀਗੀ, ਜੇ ਤੁਸੀਂ ਡਰਾ ਕੀਤੀ ਹੈ ਕਾਪੀ ਤੇ। FK ਜਿਹੜਾ ਪੁਆਇੰਟ ਹੈਗਾ, ਇਹਨੂੰ ਕੈਲਕੂਲੇਟ ਕਰਨ ਦੇ ਲਈ ਸਾਨੂੰ ਕੀ 90 ਤੇ ਸਾਡੇ ਕੋਲ ਹੈਗਾ ਸੀਗਾ, R2 ਵੀ ਸੀਗਾ ਕਿਉਂਕਿ ਰੇਡੀਅਸ ਦੀ ਗੱਲ ਹੋਣੀ ਆ, R2 ਆ। ਇੱਥੇ ਵੀ ਰੇਡੀਅਸ ਦੀ ਗੱਲ ਸੀਗੀ, R1 ਸੀਗਾ, R2 ਤੇ π/2 ਤੇ ਹੈ ਹੀ ਸੀਗਾ ਇਹਦੇ ਵਿੱਚ, ਉਹੀ ਇੱਥੋਂ ਤੱਕ π/2 ਤੇ ਹੈ ਹੀ ਹੈ ਟੋਟਲ, ਪਰ ਉਹਦੇ ਵਿੱਚੋਂ ਮਾਈਨਸ ਹੋ ਜਾਣਾ ਹੈ ਅਲਫਾ। ਜਦੋਂ ਮਾਈਨਸ ਅਲਫਾ ਹੋ ਗਿਆ ਤੇ ਬਾਕੀ ਤੇ ਉਹੀ ਬਚਿਆ ਜਿਹੜਾ ਹੈ F ਤੋਂ K ਤੱਕ, ਤੇ ਆਪਣੀ ਲੈਂਥ ਇੱਥੇ ਕੈਲਕੂਲੇਟ ਹੋ ਗਈ ਸਿੱਧੀ R2। ਇਹ ਇਕੁਏਸ਼ਨ ਬਣ ਗਈ 2, ਇਹ ਇਕੁਏਸ਼ਨ ਬਣ ਗਈ 3, ਇਕੁਏਸ਼ਨ 2 ਔਰ 3 ਬਣ ਗਈਆਂ। ਉਸ ਤੋਂ ਬਾਅਦ 4th ਨੰਬਰ ਤੇ ਆ ਗਿਆ EF ਨੂੰ ਕੈਲਕੂਲੇਟ ਕਰਨਾ। EF ਨੂੰ ਕੈਲਕੂਲੇਟ ਕਰਨਾ। EF ਨੂੰ ਕੈਲਕੂਲੇਟ ਕਰਨ ਦੇ ਲਈ ਫਿਰ ਆਪਣੇ ਕੋਲ ਉਹੀ ਜਿਹੜੀ ਚੀਜ਼ ਸੀਗੀ, ਮੈਂ ਇੱਥੇ ਦੁਬਾਰਾ ਤੁਹਾਨੂੰ ਡਾਇਗਰਾਮ ਹੀ ਬਣਾ ਦੇਣੀ ਹੈ ਜਿਹੜਾ ਤੁਹਾਨੂੰ ਕੋਈ ਗਲਤੀ ਨਾ ਲੱਗੇ। ਇਸ ਡਾਇਗਰਾਮ ਦੇ ਵਿੱਚ ਦੇਖੋ, ਸੈਂਟਰ ਪੁਆਇੰਟ ਤੋਂ ਸੀਗਾ, ਮੈਂ ਕਿਹਾ ਸੀਗਾ ਕਿ ਇੱਕ ਲਾਈਨ ਆਪਾਂ ਡਰਾ ਕਰਦੇ ਹਾਂ ਜਿਹੜੀ ਕਿ ਇੱਥੇ ਮੀਟ ਕਰਦੀ ਆ ਅਲਫਾ ਐਂਗਲ ਤੇ ਨਾਲ ਮੀਟ ਕਰਦੀ ਹੈ ਇਸ ਪੁਆਇੰਟ ਤੇ। ਇਹ ਬਿਲਕੁਲ ਪੈਰਲਲ ਜਾਂਦੀ ਹੈ ਇਹਦੇ, ਇਹ EF ਦੇ ਬਿਲਕੁਲ ਪੈਰਲਲ ਜਾਂਦੀ ਹੈ। ਇਹ ਇੱਦਾਂ ਹੈ, ਇਹ ਵੀ ਇੱਦਾਂ ਹੈ, EF ਦੇ ਬਿਲਕੁਲ ਪੈਰਲਲ ਗਈ। ਇਹ ਐਂਗਲ ਅਲਫਾ ਸੀਗਾ। ਹੁਣ EF ਜਿਹੜਾ ਹੈਗਾ ਇਹ ਇੱਥੇ ਸੀਗਾ ਉੱਪਰ ਵਾਲੀ ਲਾਈਨ, ਜੇ ਇਹ ਪੈਰਲਲ ਹੈਗੀ ਆ ਲਾਈਨ ਇਸ ਲਾਈਨ ਦੇ, ਸੋ ਆਪਾਂ ਇਹ ਟਰਾਇੰਗਲ ਨੂੰ ਹੁਣ ਕੰਸੀਡਰ ਕਰਾਂਗੇ EF ਕੈਲਕੂਲੇਟ ਕਰਨ ਦੇ ਲਈ। ਸਿੰਪਲੀਫਾਈ ਕਰਕੇ ਇਸ ਟਰਾਇੰਗਲ ਨੂੰ ਆਪਾਂ ਕੰਸੀਡਰ ਕਰਾਂਗੇ EF ਫਾਈਂਡ ਕਰਨ ਦੇ ਲਈ। ਇਹ ਯਾਦ ਰੱਖਣਾ ਆ ਇਸ ਟਰਾਇੰਗਲ ਨੂੰ। ਇਸ ਟਰਾਇੰਗਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਸੀਗਾ ਕਿ ਇਹ ਐਂਗਲ ਅਲਫਾ ਸੀਗਾ, ਠੀਕ ਹੈ ਜੀ। ਜਿੱਦਾਂ ਵੀ ਕੋਈ ਟਰਾਇੰਗਲ ਬਣਦੀ ਹੈ, ਜਿੱਦਾਂ ਸਾਡੇ ਕੋਲ ਆ ਬਣੀ ਹੈ, ਇਹਦੇ ਵਿੱਚ ਮੈਂ ਦੱਸ ਚੁੱਕਿਆ ਇਹ ਐਂਗਲ ਅਲਫਾ ਹੈ। ਅਲਫਾ ਦੇ ਸਾਹਮਣੇ ਕੀ ਹੁੰਦਾ, ਪਰਪੈਂਡੀਕੂਲਰ, ਆ ਪਰਪੈਂਡੀਕੂਲਰ ਇੱਧਰਲੇ ਪਾਸੇ ਪਰਪੈਂਡੀਕੂਲਰ ਬਣ ਗਿਆ, ਤੇ ਅਲਫਾ ਦੇ ਸਾਹਮਣੇ ਪਰਪੈਂਡੀਕੂਲਰ ਹੈ। ਪਰਪੈਂਡੀਕੂਲਰ ਦੇ ਸਾਹਮਣੇ ਕੀ ਹੋਊਗਾ, ਪਰਪੈਂਡੀਕੂਲਰ ਦੇ ਸਾਹਮਣੇ